ਜੀ +2 ਕਲਾਸ ਜਿਸ ਤਰ੍ਹਾਂ ਬੱਚੇ ਵੀ ਕਹਿਣ ਨੂੰ ਸਮਰ ਵੈਕੇਸ਼ਨਸ ਚੱਲ ਰਹੀਆਂ ਨੇ, ਪਰ ਤੁਹਾਡੀਆਂ ਵੈਕੇਸ਼ਨਸ ਤਾਂ ਪਹਿਲਾਂ ਤੋਂ ਹੀ ਚੱਲ ਰਹੀਆਂ। ਕੋਈ ਐਸੀ ਗੱਲ ਨਹੀਂ ਹੈਗੀ ਕਿ ਵੀ ਵੈਕੇਸ਼ਨਸ ਦੇ ਵਿੱਚ ਤੁਸੀਂ ਸ਼ਾਇਦ ਪੜ੍ਹਨਾ ਨਹੀਂ ਜਾਂ ਕਿੱਦਾਂ, ਠੀਕ। ਬੱਚੇ ਕਿਉਂਕਿ ਕੰਟੀਨਿਊਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਟੋਪਿਕਸ ਦੀ। ਸਾਇੰਸ ਦੇ ਵਿੱਚ ਕੰਟੀਨਿਊਟੀ ਟੁੱਟ ਜਾਏ ਫਿਰ ਮਨ ਨਹੀਂ ਕਰਦਾ ਪੜ੍ਹਨ ਦਾ ਵੀ, ਅਤੇ ਸਮਝਣਾ ਵੀ ਔਖਾ ਹੋ ਜਾਂਦਾ। ਤਾਂ ਕੋਈ ਗੱਲ ਨਹੀਂ, +1 ਦੇ ਵਿੱਚ ਵੀ ਤੁਹਾਡੀਆਂ ਵੈਕੇਸ਼ਨਸ ਹੀ ਸੀਗੀਆਂ। ਥੋੜ੍ਹੇ ਕੁ ਦਿਨ ਤੁਸੀਂ ਸਕੂਲ ਆਏ ਸੀ। 2 'ਚ ਵੀ ਤੁਹਾਡੀਆਂ ਵੈਕੇਸ਼ਨਸ ਹੀ ਚੱਲ ਰਹੀਆਂ ਨੇ। ਤੁਸੀਂ ਇਹ ਦੇਖ ਲਓ ਤੁਹਾਡੇ 2 ਇੰਪੋਰਟੈਂਟ ਸਾਲ ਜਿਹੜੇ ਹੈ, ਠੀਕ ਹੈ। ਉਹ ਸਟੱਡੀ ਤੁਸੀਂ ਫਿਰ ਕਿਸ ਤਰ੍ਹਾਂ ਕੀਤੀ ਹੈ। ਇਸ ਕਰਕੇ ਧਿਆਨ ਦਿਓ ਸਟੱਡੀ ਵੱਲ। ਕੋਈ ਐਸੀ ਗੱਲ ਨਹੀਂ ਹੈ। ਮੈਨੂੰ ਬਾਕੀ ਟੀਚਰਸ ਦਾ ਨਹੀਂ ਪਤਾ, ਪਰ ਮੈਂ ਜੇ ਇੱਕ ਵੀਡੀਓ ਆਪਣੇ ਦਿਨ 'ਤੇ ਪਾ ਵੀ ਦਿੰਦੀ ਹਾਂ, ਮੀਨਸ ਕਿ 4 ਹਫ਼ਤੇ 'ਤੇ ਇੱਕ ਵੀਡੀਓ ਆਈ ਨਾ, ਇੱਕ ਦਿਨ ਦੀ। ਜਿਸ ਤਰ੍ਹਾਂ ਮੈਨੂੰ ਅੱਜ ਦਾ ਦਿਨ ਮਿਲਿਆ ਹੋਇਆ ਹੈ ਨਾ, ਥਰਸਡੇ ਮਿਲਿਆ ਹੋਇਆ ਮੈਨੂੰ, ਤਾਂ ਵੀਡੀਓ ਆ ਵੀ ਗਈ, ਉਹਨੂੰ ਸੁਣ ਲਿਆ, ਕੰਟੀਨਿਊਟੀ ਬਣੀ ਰਹੀ ਸਬਜੈਕਟ ਦੀ, ਈਜ਼ੀ ਰਹੇਗਾ। ਦੂਸਰੀ ਗੱਲ ਇਹ, ਮੈਂ ਕਿਉਂ ਵੀਡੀਓ ਅੱਜ ਭੇਜ ਰਹੀ ਹਾਂ, ਕਿਉਂਕਿ ਮੈਂ ਇਹ ਵਰਕ ਜਿਹੜੀ, ਇਹ ਐਕਟੀਵਿਟੀ ਜਿਹੜੀ ਹੈ ਨਾ, ਮੈਂ ਤੁਹਾਨੂੰ ਨੈਕਸਟ ਵੀਕ ਮੈਂ ਇਹੀ ਐਕਟੀਵਿਟੀ ਦੇਣੀ ਹੈ। ਅੱਜ ਮੈਂ ਤੁਹਾਨੂੰ ਕ੍ਰੋਸ ਸਮਝਾ ਦੇਣੀ ਹੈ, ਤੁਸੀਂ ਫਿਰ ਉਸ ਕ੍ਰੋਸ ਨੂੰ ਬਣਾਉਣਾ ਹੈ ਚਾਰਟ ਦੇ ਉੱਪਰ, ਇੱਕ ਚਾਰਟ ਲਗਾਉਣਾ ਹੈ ਨਾ। ਇਸੇ ਤਰੀਕੇ ਦੇ ਨਾਲ ਜਿਹੜੀ ਮੈਂ ਤੁਹਾਨੂੰ ਐਕਟੀਵਿਟੀ ਮੇਰੀ ਅੱਜ ਆਈ ਹੈ ਕਿ ਮੇਲ ਰੀਪਰੋਡਕਟਿਵ ਸਿਸਟਮ ਜਿਹੜਾ ਹੈ ਡਰਾ ਕਰਨਾ। ਮੈਂ ਉਹ ਚਾਰਟ ਦੇ ਵਿੱਚ ਮੈਨੂੰ ਲੱਗਦਾ ਲਿਖਿਆ ਨਹੀਂ ਹੈ। ਫਰੰਟ ਵਿਊ ਵੀ ਡਰਾ ਕਰਨਾ, ਸਾਈਡ ਵਿਊ ਵੀ ਡਰਾ ਕਰਨਾ, ਅਤੇ ਇੱਕ ਚਾਰਟ ਲਗਾਉਣਾ ਹੈ। ਕਿਉਂਕਿ ਇਸ ਤੋਂ ਬਾਅਦ ਮੈਂ ਤੁਹਾਨੂੰ ਕੀ ਭੇਜਣਾ, ਫੀਮੇਲ ਰੀਪਰੋਡਕਟਿਵ ਸਿਸਟਮ ਵੀ ਭੇਜਣਾ ਹੈਗਾ। ਉਹਦਾ ਵੀ ਫਰੰਟ ਵਿਊ ਵੀ ਬਣਾਉਣਾ, ਸਾਈਡ ਵਿਊ ਵੀ ਬਣਾਉਣਾ। ਇੱਕ ਚਾਰਟ ਦੇ ਉੱਪਰ ਹੀ ਇੱਕ ਵੱਡਾ ਚਾਰਟ ਲੈ ਕੇ ਬਣਾਉਣੀਆਂ ਹੈ ਡਾਇਗਰਾਮਸ। ਇੱਕ ਚਾਰਟ ਹੀ ਹੋਣਾ ਚਾਹੀਦਾ, ਓਕੇ, ਠੀਕ ਹੈ। ਅਲੱਗ-ਅਲੱਗ ਚਾਰਟ ਨਹੀਂ ਲਗਾਉਣੇ, ਕਿਉਂਕਿ ਕੰਪੈਰੀਜ਼ਨ ਵੀ ਕਰਨਾ ਆਵੇ ਤੁਹਾਨੂੰ। ਜੇਕਰ ਤੁਹਾਨੂੰ ਯਾਦ ਹੈ, ਮੈਨੂੰ ਨਹੀਂ ਪਤਾ ਕਿੰਨਿਆਂ ਨੂੰ ਯਾਦ ਹੈ ਕਿ ਅਸੀਂ ਲਾਸਟ ਟਾਈਮ ਕੀ ਪੜ੍ਹਿਆ ਸੀ। ਅਸੀਂ ਮੈਂਟਲ ਦੇ ਬਹੁਤ ਸਾਰੇ ਲਾਅ ਪੜ੍ਹੇ ਸੀ। ਲਾਅ ਆਫ ਪੇਅਰਡ ਫੈਕਟਰ, ਲਾਅ ਆਫ ਡੋਮੀਨੈਂਸ, ਲਾਅ ਆਫ ਸੈਗਰੀਗੇਸ਼ਨ, ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ, ਹੈ ਨਾ, ਠੀਕ। ਪੇਅਰਡ ਫੈਕਟਰਸ ਬੜਾ ਸਿੰਪਲ ਜਿਹਾ ਲਾਅ ਸੀ। ਬੱਚੇ ਜਿੱਦਾਂ ਤੁਹਾਨੂੰ ਸਮਝਾਇਆ ਸੀ, ਲਾਅ ਆਫ ਪੇਅਰਡ ਫੈਕਟਰ ਬਿਲਕੁਲ ਸਿੰਪਲ ਜਿਹਾ ਲਾਅ ਸੀ, ਹੈ ਨਾ, ਜਿਹਦੇ 'ਚ ਕੀ ਸੀ, ਠੀਕ ਹੈ। ਪੇਅਰਡ ਫੈਕਟਰਸ ਦੇ ਵਿੱਚ ਬਿਲਕੁਲ ਸਿੰਪਲ ਜਿਹਾ ਲਾਅ ਸੀ ਕਿ ਹਰ ਕਰੈਕਟਰ ਜਿਹੜਾ ਹੈਗਾ ਉਹਨਾਂ ਨੂੰ ਕੌਣ ਕੰਟਰੋਲ ਕਰਦਾ, ਅ ਪੇਅਰ ਆਫ ਜੀਨ। ਡੋਮੀਨੈਂਸ ਦੇ ਵਿੱਚ ਸਮਝਾ ਦਿੱਤਾ ਵੀ 2 ਜੀਨਸ ਹੁੰਦੀਆਂ ਤਾਂ, ਜਾਂ 2 ਅਲੀਲਸ ਵੀ ਅਸੀਂ ਹੁਣ ਕਹਿ ਸਕਦੇ ਹਾਂ। ਕੋਈ ਗੱਲ ਨਹੀਂ ਵੀ ਇਹ ਜੇਕਰ ਕੈਪੀਟਲ T ਸਮਾਲ t ਜੇਕਰ ਹੈਗੀਆਂ 2 ਜੀਨਸ ਹੈਗੀਆਂ, ਠੀਕ ਹੈ। ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, 2 ਅਲੀਲਸ ਵੀ ਕਹਿ ਦਿੰਦੇ ਹਾਂ, ਹੈ ਨਾ, ਠੀਕ ਹੈ। ਇਹ ਅਲੀਲਸ ਵੀ ਹੈ, ਇਹ ਇੱਕ ਦੂਸਰੇ ਦੀਆਂ ਭੈਣਾਂ ਹੈ, ਕੈਪੀਟਲ T ਸਮਾਲ t, ਠੀਕ ਹੈ ਜੀ। ਇੱਕੋ ਗੱਲ ਹੈਗੀ ਹੈ, ਕੋਈ ਐਸੀ ਗੱਲ ਨਹੀਂ, ਜੀਨ ਅਤੇ ਅਲੀਲ, ਓਕੇ। ਅੱਗੇ ਤੁਹਾਡੇ ਕੋਲ ਸ਼ੁਰੂ ਹੋ ਗਿਆ ਮੈਂਡਲਸ ਲਾਅ ਆਫ ਸੈਗਰੀਗੇਸ਼ਨ, ਹੈ ਨਾ। ਇਹ ਹੈ ਅਸਲੀਅਤ ਦੇ ਵਿੱਚ ਮੈਂਡਲਸ ਫਸਟ ਲਾਅ। ਇਹ ਅਸੀਂ ਸ਼ੁਰੂ ਕਰਨਾ ਹੁਣ, ਠੀਕ ਹੈ ਜੀ। ਮੈਂਡਲਸ ਫਸਟ ਲਾਅ, ਮੈਂਡਲਸ ਸੈਕਿੰਡ ਲਾਅ, ਠੀਕ ਹੈ। ਮੈਂਡਲਸ ਫਸਟ ਲਾਅ ਜਿਹਨੂੰ ਕਿ ਅਸੀਂ ਲਾਅ ਆਫ ਸੈਗਰੀਗੇਸ਼ਨ ਕਹਿੰਦੇ ਹਾਂ, ਇਹਨੂੰ ਲਾਅ ਆਫ ਪਿਓਰਿਟੀ ਆਫ ਗੈਮੀਟਸ ਵੀ ਕਿਹਾ ਜਾਂਦਾ ਹੈ, ਠੀਕ ਹੈ। ਕਿਉਂ ਕਿਹਾ ਜਾਂਦਾ ਉਹ ਮੈਂ ਤੁਹਾਨੂੰ ਸਮਝਾਉਂਦੀ ਹਾਂ। ਜਦੋਂ 5 ਮਾਰਕਸ ਦਾ ਇਹ ਕੁਐਸਚਨ ਆਉਣਾ, ਮਾਰਕਸ ਦੀ ਡਿਸਟਰੀਬਿਊਸ਼ਨ ਹੋਈ ਹੁੰਦੀ ਹੈ। 1 ਮਾਰਕਸ ਦੇ ਵਿੱਚ ਜਿੱਦਾਂ ਡੈਫੀਨੇਸ਼ਨ ਪੁੱਛ ਲਈ ਜਾਂਦੀ ਹੈ, ਠੀਕ ਹੈ ਜੀ। ਫਿਰ 2 ਮਾਰਕਸ ਦੇ ਵਿੱਚ ਐਗਜ਼ਾਮਪਲ, ਉਹਦੀ ਐਕਸਪਲੇਨੇਸ਼ਨ ਜਿਹੜੀ ਹੈਗੀ ਆ, ਠੀਕ ਹੈ, ਉਹ ਕਰਨੀ ਹੁੰਦੀ ਹੈ। ਡਿਵਾਈਡ ਕੀਤੇ ਹੁੰਦੇ ਆ ਮਾਰਕਸ। 5 ਮਾਰਕਸ 'ਚ ਕੁਐਸਚਨ ਆਉਣਾ ਹੀ ਆਉਣਾ। ਲਾਅ ਆਫ ਸੈਗਰੀਗੇਸ਼ਨ ਵੀ, ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਵੀ, ਹੈ ਨਾ, ਠੀਕ ਹੈ। ਇਟ ਸਟੇਟਸ ਦੈਟ the 2 alleles controlling each character, ਠੀਕ ਹੈ, maintain identity in the organism। ਕਹਿੰਦਾ 2 ਅਲੀਲਸ ਮੈਂ ਹੁਣੇ ਸਮਝਾਈਆਂ, ਕੈਪੀਟਲ T ਸਮਾਲ t, ਠੀਕ ਹੈ। ਇਹ ਵੀ ਸਾਰੀਆਂ ਅਲੀਲਸ ਹੈਗੀਆਂ ਨੇ। 2 ਅਲੀਲਸ ਜਿਹੜੀਆਂ ਹੈਗੀਆਂ ਨੇ ਕਿਸੇ ਵੀ ਕਰੈਕਟਰ ਨੂੰ ਕੰਟਰੋਲ ਕਰ ਰਹੀਆਂ ਨੇ, ਉਹ ਔਰਗੈਨਿਜ਼ਮ ਦੇ ਅੰਦਰ ਉਹਨਾਂ ਦੀ ਆਈਡੈਂਟਿਟੀ ਮੇਨਟੇਨ ਹੈ। ਜਦੋਂ ਗੈਮੀਟਸ ਬਣਦੇ ਆ ਜਾਂ ਫਿਰ ਸਪੋਰਸ ਬਣਦੇ ਆ ਨਾ ਮਿਓਸਿਸ ਦੇ ਦੌਰਾਨ, ਅਤੇ ਕ੍ਰੋਮੋਜ਼ੋਮਸ ਇੱਕ ਦੂਸਰੇ ਤੋਂ ਸੈਪਰੇਟ ਹੋ ਜਾਂਦੇ ਆ। ਹਰ ਕ੍ਰੋਮੋਜ਼ੋਮ ਜਿਹੜਾ ਹੈਗਾ ਉਹਦੇ ਕੋਲ ਇੱਕ ਅਲੀਲ ਜਾਂ ਇੱਕ ਜੀਨ ਹੀ ਜਾਏਗੀ, ਠੀਕ ਹੈ। ਹਰ ਕਰੈਕਟਰ ਦੀ ਇੱਕ ਜੀਨ ਜਾਏਗੀ ਰੈਂਡਮ ਬੇਸਿਸ ਦੇ ਉੱਤੇ, ਮਤਲਬ ਪਤਾ ਨਹੀਂ, ਠੀਕ ਹੈ, ਵੀ ਕਿਹੜੇ ਕ੍ਰੋਮੋਜ਼ੋਮ ਦੇ ਕੋਲ ਕਿਹੜੀ ਜੀਨ ਗਈ ਹੈ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਨਾ, ਕਿ ਹਿਊਮਨ ਬੀਇੰਗ ਦੇ ਵਿੱਚ XY ਕ੍ਰੋਮੋਜ਼ੋਮ ਹੁੰਦਾ ਮੇਲ 'ਚ, ਠੀਕ ਹੈ ਨਾ। ਹੁਣ ਜਿਹੜਾ ਸਪਰਮ ਹੈਗਾ X, ਹੈ ਨਾ, ਠੀਕ ਹੈ। ਅਤੇ ਇਸੇ ਤਰੀਕੇ ਦੇ ਨਾਲ ਸਪਰਮ ਜਿਹੜਾ ਹੈਗਾ Y। ਹੁਣ ਪਤਾ ਨਹੀਂ ਹੈ, ਠੀਕ ਹੈ, ਵੀ ਕਿਹੜੇ ਸਪਰਮ ਦੇ ਕੋਲ X ਜੀਨ ਜਾਣੀ ਹੈ ਅਤੇ ਕਿਹੜੇ ਸਪਰਮ ਦੇ ਕੋਲ Y ਜੀਨ ਜਾਣੀ ਹੈ। ਇਹ ਕੁਛ ਨਹੀਂ ਪਤਾ, ਪਰ ਤੁਹਾਨੂੰ ਪਤਾ ਕਿ ਇੱਕ ਜੀਨ ਜਾਣੀ ਹੈ। ਇੱਕ ਦੇ ਕੋਲ, ਠੀਕ ਹੈ ਜੀ, X ਜੀਨ ਜਾਣੀ ਹੈ, ਇੱਕ ਸਪਰਮ ਦੇ ਕੋਲ Y ਜੀਨ ਜਾਣੀ ਹੈ। ਅਤੇ ਮਦਰ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਹੁੰਦਾ ਹੀ XX ਕ੍ਰੋਮੋਜ਼ੋਮਸ ਹੈਗੇ ਆ। ਇਸ ਕਰਕੇ ਮਦਰ ਦੇ ਜਿੰਨੇ ਵੀ ਐਗ ਹੈਗੇ ਆ ਉਹਨਾਂ ਦੇ ਕੋਲ, ਪਰ ਜਾਣਾ ਤਾਂ ਇੱਕ ਕ੍ਰੋਮੋਜ਼ੋਮ ਹੀ ਹੈ ਨਾ, ਇੱਕ X ਕ੍ਰੋਮੋਜ਼ੋਮ, ਇੱਕ X ਕ੍ਰੋਮੋਜ਼ੋਮ, ਹੈ ਨਾ। ਇਹਨੂੰ ਅਸੀਂ ਕਹਿ ਦਿੰਦੇ ਹਾਂ ਪਿਓਰਿਟੀ ਆਫ ਗੈਮੀਟਸ, ਸਮਝ ਗਏ ਹੋ। ਇਸ ਕਰਕੇ ਇਸ ਲਾਅ ਨੂੰ ਕਹਿ ਦਿੰਦੇ ਆ ਲਾਅ ਆਫ ਪਿਓਰਿਟੀ ਆਫ ਗੈਮੀਟਸ, ਹੈ ਨਾ। ਹੁਣ
ਮੈਂ ਤਾਂ ਇੱਕ ਹੋਰ ਇੰਪੋਰਟੈਂਟ ਗੱਲ ਦੱਸ ਦੇਵਾਂ, ਠੀਕ ਹੈ, ਕਿ ਐਗਜ਼ਾਮਪਲਸ ਜਦੋਂ ਅਸੀਂ ਦੇਣੀਆਂ, ਜਦੋਂ ਅਸੀਂ ਕ੍ਰੋਸਿਸ ਬਣਾਉਣੀਆਂ ਨਾ, ਠੀਕ ਹੈ, ਜਿਹੜੀ ਲਾ ਆਫ ਡੋਮੀਨੈਂਸ ਸੀ ਨਾ, ਇਹ ਵੀ ਪੁੱਛ ਲਿਆ ਜਾਂਦਾ। ਮੈਨੂੰ ਨਹੀਂ ਪਤਾ ਇਹ ਕੁਐਸਚਨ ਤੁਸੀਂ ਹਜੇ ਤੱਕ ਲਿਖਿਆ ਕਿ ਨਹੀਂ ਲਿਖਿਆ, ਹੈ ਨਾ। ਸੋ ਜਿਹੜਾ ਲਾ ਆਫ ਡੋਮੀਨੈਂਸ ਹੈ, ਠੀਕ ਹੈ, ਸੋ ਇਹਦੀ ਐਗਜ਼ਾਮਪਲ ਵੀ ਤੁਸੀਂ ਆਹੀ ਵਾਲੀ ਦੇਣੀ ਹੁੰਦੀ ਹੈ, ਗਾਰਡਨ ਪੀ ਵਾਲੀ, ਓਕੇ, ਪੀ ਪਲਾਂਟ ਦੇ ਵਿੱਚ, ਹੈ ਨਾ। ਹੁਣ ਜਿਹੜੀਆਂ ਤੁਹਾਨੂੰ ਕ੍ਰੋਸਿਸ ਸ਼ੁਰੂ ਹੋਣੀਆਂ, ਉਹਦੇ 'ਚ ਕੀ ਹੈ ਕਿ ਐਗਜ਼ਾਮਪਲ ਤੁਹਾਨੂੰ ਪਲਾਂਟਸ ਦੇ ਵਿੱਚ ਵੀ ਹੈ, ਐਗਜ਼ਾਮਪਲ ਤੁਹਾਨੂੰ ਐਨੀਮਲਸ ਦੇ ਵਿੱਚ ਵੀ ਹੈ, ਠੀਕ ਹੈ ਜੀ। ਮੈਂ ਜਿਹੜਾ ਲਾ ਆਫ ਸੈਗਰੀਗੇਸ਼ਨ ਦੀ ਗੱਲ ਕਰਦੀ ਪਈ ਹਾਂ, ਉਹਦੀ ਐਗਜ਼ਾਮਪਲ ਪਲਾਂਟਸ 'ਚ ਵੀ ਹੈ, ਉਹਦੀ ਐਗਜ਼ਾਮਪਲ ਐਨੀਮਲਸ ਦੇ ਵਿੱਚ ਵੀ ਹੈ। ਜੇਕਰ ਤਾਂ ਕੁਛ ਨਹੀਂ ਕਹਿੰਦਾ, ਬਸ ਸਿੰਪਲ ਕਹਿ ਦਿੰਦਾ ਕਿ ਐਕਸਪਲੇਨ ਕਰੋ, ਠੀਕ ਹੈ, ਲਾ ਆਫ ਸੈਗਰੀਗੇਸ਼ਨ, ਹੈ ਨਾ, ਵਿਦ ਕ੍ਰੋਸ ਐਂਡ ਉਹਨੂੰ ਐਕਸਪਲੇਨ ਕਰੋ ਪੂਰਾ, ਠੀਕ ਹੈ। ਤਾਂ ਫਿਰ ਤੁਹਾਡੀ ਮਰਜ਼ੀ ਕਿ ਚਾਹੇ ਤੁਸੀਂ ਪਲਾਂਟਸ ਵਾਲੀ ਐਗਜ਼ਾਮਪਲ ਦੇ ਦਿਓ ਅਤੇ ਚਾਹੇ ਤੁਸੀਂ ਐਨੀਮਲਸ ਵਾਲੀ ਐਗਜ਼ਾਮਪਲ ਦੇ ਦਿਓ। ਮੈਂ ਜਿਹੜੀ ਤੁਹਾਨੂੰ ਐਗਜ਼ਾਮਪਲ ਸਮਝਾਉਣ ਲੱਗੀ ਹਾਂ ਨਾ, ਮੈਂ ਤੁਹਾਨੂੰ ਐਨੀਮਲਸ ਦੇ ਵਿੱਚ ਐਗਜ਼ਾਮਪਲ ਸਮਝਾਉਣ ਲੱਗੀ ਹਾਂ, ਪਲਾਂਟਸ ਵਾਲੀ ਅਸੀਂ ਕੀਤੀ ਹੋਈ ਹੈ। ਸੋ ਇਹ ਵਾਲੀ ਐਗਜ਼ਾਮਪਲ ਜੋ ਹੈ ਗਾਰਡਨ ਪੀ ਵਾਲੀ, ਇਹ ਤੁਸੀਂ ਲਾ ਆਫ ਡੋਮੀਨੈਂਸ ਦੇ ਵਿੱਚ ਵੀ ਦੇ ਸਕਦੇ ਹੋ, ਤੁਹਾਡੀ ਬੁੱਕ ਦੇ ਵਿੱਚ ਲਿਖਿਆ ਵੀ ਹੋਇਆ, ਮੋਨੋ ਹਾਈਬ੍ਰਿਡ ਕ੍ਰੋਸ ਸ਼ੋਇੰਗ ਲਾ ਆਫ ਡੋਮੀਨੈਂਸ ਪੀ ਪਲਾਂਟ 'ਚ। ਪਰ ਇਹੀ ਜਿਹੜੀ ਕ੍ਰੋਸ ਹੈ ਤੁਸੀਂ ਲਾ ਆਫ ਸੈਗਰੀਗੇਸ਼ਨ ਇਹਦੇ ਲਈ ਵੀ ਦੇ ਸਕਦੇ ਹੋ ਪਲਾਂਟਸ 'ਚ। ਪਰ ਮੈਂ ਤੁਹਾਨੂੰ ਐਨੀਮਲਸ ਦੇ ਵਿੱਚ ਸਮਝਾਉਣੀ ਹੈ। ਇਹ ਟੌਪਿਕ ਮੈਂ ਤੁਹਾਨੂੰ ਵੀਡੀਓ ਬਣਾ ਕੇ ਕਿਉਂ ਭੇਜ ਰਹੀ ਹਾਂ ਕੱਲ੍ਹ, ਠੀਕ ਹੈ, ਸੋ ਥਰਸਡੇ, ਕਿਉਂਕਿ ਮੈਂ ਤੁਹਾਨੂੰ ਅਗਲੀ ਜਿਹੜੀ ਐਕਟੀਵਿਟੀ ਦੇਣੀ ਹੈ ਨਾ, ਠੀਕ ਹੈ, ਸੋ ਮੈਂ ਤੁਹਾਨੂੰ ਕੀ ਦੇਣੀ ਹੈ, ਇਹ ਕ੍ਰੋਸਿਸ ਬਣਾਉਣ ਵਾਸਤੇ ਦੇਣੀ ਹੈ, ਲਾ ਆਫ ਸੈਗਰੀਗੇਸ਼ਨ ਦੀ ਕ੍ਰੋਸ ਬਣਾਉਣੀ ਹੈ ਪਲਾਂਟਸ ਦੇ ਵਿੱਚ। ਇਸੇ ਤਰੀਕੇ ਦੇ ਨਾਲ ਜਿਹੜਾ ਮੈਂ ਤੁਹਾਨੂੰ ਅਗਲਾ ਲਾ ਕਰਾਵਾਂਗੀ, ਉਹਦੀ ਵੀ ਇੱਕ ਕ੍ਰੋਸ ਮੈਂ ਤੁਹਾਨੂੰ ਸਮਝਾਵਾਂਗੀ, ਦੂਜੀ ਕ੍ਰੋਸ ਤੁਸੀਂ ਖੁਦ ਚਾਰਟ ਉੱਪਰ ਬਣਾਉਣੀ ਹੈ, ਓਕੇ, ਫਿਰ ਮਾਰਕਸ ਲੱਗਣਗੇ, ਠੀਕ ਹੈ ਜੀ। ਚਲਿਏ ਫਿਰ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਸਮਝਾ ਦਾਂ, ਚੰਗੀ ਤਰ੍ਹਾਂ ਸਮਝ ਲਓ, ਠੀਕ ਹੈ। ਸੋ ਮੈਂ ਕੀ ਕਿਹਾ ਕਿ ਵੀ ਇਹ ਜਿਹੜੇ ਲਾਜ਼ ਹੈ, ਇਹਨਾਂ ਦੀ ਐਗਜ਼ਾਮਪਲ ਪਲਾਂਟਸ ਦੇ ਵਿੱਚ ਵੀ ਹੈਗੀ ਹੈ ਅਤੇ ਇਹਨਾਂ ਦੀ ਐਗਜ਼ਾਮਪਲ ਐਨੀਮਲਸ ਦੇ ਵਿੱਚ ਵੀ ਹੈ। ਜੇ ਤਾਂ ਪਰਟੀਕੂਲਰਲੀ ਕਹਿ ਦਿੰਦੇ ਆ ਕਿ ਪਲਾਂਟਸ 'ਚ ਐਕਸਪਲੇਨ ਕਰੋ, ਫਿਰ ਪਲਾਂਟਸ ਵਾਲੀ ਦੇਣੀ ਹੈ। ਜੇ ਕਹਿ ਦਿੰਦੇ ਐਨੀਮਲਸ 'ਚ ਐਕਸਪਲੇਨ ਕਰੋ, ਫਿਰ ਐਨੀਮਲ ਵਾਲੀ ਦੇਣੀ ਹੈ। ਸੋ ਮੈਂ ਹੁਣ ਐਕਸਪਲੇਨੇਸ਼ਨ ਦੇਖ ਲਈ, ਮੈਂ ਬਾਅਦ 'ਚ ਦਿਖਾਉਂਦੀ ਐਕਸਪਲੇਨੇਸ਼ਨ। ਪਹਿਲਾਂ ਚੱਲੀਏ ਕ੍ਰੋਸ ਦੇ ਉੱਪਰ, ਧਿਆਨ ਨਾਲ ਇੱਕ ਵਾਰੀ ਸਮਝ ਲਓ। ਇਹਦੇ ਨਾਲ ਦੀ ਦੂਜੀ ਕ੍ਰੋਸ ਇਨ ਪਲਾਂਟਸ ਤੁਸੀਂ ਚਾਰਟ ਉੱਪਰ ਬਣਾਉਣੀ ਨੈਕਸਟ ਟਾਈਮ। ਚਲਿਏ ਗੁਣੀਆ ਪਿਗਸ, ਠੀਕ ਹੈ ਜੀ, ਗੁਣੀਆ ਪਿਗਸ ਐਨੀਮਲਸ ਹੈਗੇ ਆ, ਹੈ ਨਾ। ਸੋ ਪੇਰੈਂਟਸ ਪੀ ਵੀ ਲਿਖ ਸਕਦੇ ਹਾਂ, ਫਿਲਹਾਲ ਤੁਸੀਂ ਨਵੇਂ ਹੋ ਇਸ ਕਰਕੇ ਪੇਰੈਂਟਸ ਲਿਖਿਓ, ਹੈ ਨਾ। ਸੋ ਪੇਰੈਂਟਸ ਕੀ ਲੈ, ਪਿਓਰ ਬਲੈਕ ਗੁਣੀਆ ਪਿਗਸ, ਪਿਓਰ ਵਾਈਟ ਗੁਣੀਆ ਪਿਗਸ, ਹੈ ਨਾ। ਬਲੈਕ ਅਤੇ ਵਾਈਟ ਤੁਸੀਂ ਪੇਰੈਂਟਸ ਜਿਹੜੇ ਹੈਗੇ ਆ ਲਏ ਆ, ਠੀਕ। ਫਿਨੋਟਾਈਪ ਜੀਨੋਟਾਈਪ ਦੱਸਿਆ ਹੋਇਆ ਪਹਿਲਾਂ ਵੀ, ਇਹ ਅੱਗੇ ਜਾ ਕੇ ਵੀ ਡਿਟੇਲ 'ਚ ਡੈਫੀਨੇਸ਼ਨਸ ਆਉਣੀਆਂ ਨੇ, ਫਿਨੋਟਾਈਪ ਕੀ ਹੁੰਦਾ, ਜੀਨੋਟਾਈਪ ਕੀ ਹੁੰਦਾ। ਇੱਥੇ ਮੈਂ ਤੁਹਾਨੂੰ ਆਮ ਭਾਸ਼ਾ 'ਚ ਸਮਝਾ ਦਿੰਦੀ ਹਾਂ। ਫਿਨੋਟਾਈਪ ਮਤਲਬ ਕਿ ਜਦੋਂ ਤੁਸੀਂ ਇਹਨੂੰ ਲਿਖਿਆ, ਠੀਕ ਹੈ, ਇਨ ਵਰਡਸ ਲਿਖਿਆ ਬਲੈਕ ਗੁਣੀਆ ਪਿਗਸ। ਜੀਨੋਟਾਈਪ ਮਤਲਬ ਤੁਸੀਂ ਉਹਦੇ ਲਈ ਜੀਨਸ ਲੈ ਲਈਆਂ ਨੇ, ਪਤਾ ਤੁਹਾਨੂੰ। ਪਿਓਰ ਬਲੈਕ ਦੇ ਲਈ ਕਿਹੜੀਆਂ ਜੀਨਸ ਲਓਗੇ, ਕੈਪੀਟਲ ਬੀ, ਓਕੇ। ਵਾਈਟ ਗੁਣੀਆ ਪਿਗਸ, ਹੈ ਨਾ, ਠੀਕ ਹੈ। ਸੋ ਇਹਦੇ ਲਈ ਕੀ ਤੁਸੀਂ ਲਓਗੇ, ਸਮਾਲ ਬੀ। ਇਹ ਤੁਹਾਨੂੰ ਸਮਝਾਇਆ ਹੋਇਆ ਕਿਉਂ ਵਾਈਟ ਦੇ ਲਈ ਸਮਾਲ ਬੀ ਲੈਣਾ, ਓਕੇ। ਅੱਛਾ, ਇੱਥੇ ਇਹ ਕਿਹੜਾ ਲਾ ਰਿਪਰੈਜ਼ੈਂਟ ਕਰ ਰਿਹਾ, ਲਾ ਆਫ ਪੇਅਰਡ ਫੈਕਟਰਸ ਸਮਝਾਇਆ ਹੋਇਆ, ਠੀਕ ਹੈ, ਲਾ ਆਫ ਪੇਅਰਡ ਫੈਕਟਰਸ, ਓਕੇ। ਗੈਮੀਟਸ ਬਣ ਗਏ, ਸੈਪਰੇਟ ਹੋ ਗਏ ਦੋਨੋਂ ਜੀਨਸ, ਕੈਪੀਟਲ ਬੀ, ਸਮਾਲ ਸੈਪਰੇਟ ਹੋ ਗਏ। ਇੱਥੇ ਕਿਹੜਾ ਲਾ ਲੱਗ ਗਿਆ ਜਿਹੜਾ ਅਸੀਂ ਕਰ ਰਹੇ ਹਾਂ, ਲਾ ਆਫ ਸੈਗਰੀਗੇਸ਼ਨ, ਇਹੀ ਗੱਲ ਸਮਝਾਈ ਸੀ, ਠੀਕ ਹੈ। ਵੀ ਜਦੋਂ ਗਮੀਟ ਫਾਰਮੇਸ਼ਨ ਹੋ ਜਾਂਦੀ ਹੈ, ਕ੍ਰੋਮੋਜ਼ੋਮਸ ਸੈਪਰੇਟ ਹੋ ਜਾਂਦੇ ਆ ਅਤੇ ਹਰ ਕ੍ਰੋਮੋਜ਼ੋਮ ਦੇ ਕੋਲ ਇੱਕ ਜੀਨ ਚਲੀ ਜਾਂਦੀ ਹੈ, ਓਕੇ। F1 ਜਨਰੇਸ਼ਨ ਤੁਹਾਨੂੰ ਪਤਾ ਹੀ ਹੈ। ਇਸ ਕੈਪੀਟਲ ਬੀ ਨੂੰ ਇਹਦੇ ਨਾਲ ਕ੍ਰੋਸ ਕਰਵਾਇਆ, ਕੈਪੀਟਲ ਬੀ ਸਮਾਲ ਬੀ, ਇਸ ਬੀ ਕੈਪੀਟਲ ਨੂੰ ਇਸ ਬੀ ਨਾਲ ਕ੍ਰੋਸ ਕਰਾਇਆ, ਕੈਪੀਟਲ ਬੀ ਸਮਾਲ ਬੀ ਦੋਨੋਂ ਸੇਮ ਆਏ ਆ F1 ਜਨਰੇਸ਼ਨ ਦੇ ਵਿੱਚ, ਠੀਕ ਹੈ ਜੀ। ਸੋ ਇਹ ਕੌਣ ਹੋਣਗੇ, ਹਾਈਬ੍ਰਿਡ ਬਲੈਕ। ਇਹ ਕੌਣ ਬਣੇ ਹੈ, ਹਾਈਬ੍ਰਿਡ ਬਲੈਕ ਬਣੇ ਹੈ। ਤਾਂ ਪਤਾ ਤੁਹਾਨੂੰ ਕਿਉਂਕਿ ਇਹਦੇ 'ਚ ਕੈਪੀਟਲ ਬੀ ਹੈ, ਇਸ ਕਰਕੇ ਬਲੈਕ ਹੈ। ਹਾਈਬ੍ਰਿਡ ਕਿਉਂ ਹੈਗੇ ਆ, ਕਿਉਂਕਿ ਇਹਦੇ 'ਚ ਸਮਾਲ ਬੀ ਵੀ ਹੈ, ਓਕੇ। ਅੱਛਾ, ਹੁਣ ਫਿਰ ਤੋਂ ਦੁਬਾਰਾ ਗਮੀਟਸ ਬਣਾਉਣੇ ਆ ਆਪਾਂ, ਕਿਉਂਕਿ ਆਪਾਂ F2 ਜਨਰੇਸ਼ਨ ਨਿਕਾਲਣੀ ਹੈ, ਠੀਕ ਹੈ ਜੀ। F1 ਜਨਰੇਸ਼ਨ ਤੋਂ ਕਿਹੜੇ ਗਮੀਟਸ ਬਣ ਗਏ, ਕੈਪੀਟਲ ਬੀ ਸਮਾਲ ਬੀ, ਫਿਰ ਕੈਪੀਟਲ ਬੀ ਸਮਾਲ ਬੀ, ਠੀਕ ਹੈ। ਇਹ ਵੀ ਕੀ ਹੈ, ਹਾਂ, ਇਹਨੂੰ ਕੀ ਕਹਾਂਗੇ, ਇੱਥੇ ਸਾਰੇ ਲਾਜ਼ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੁਬਾਰਾ ਦੱਸ ਦਿੱਤੇ ਆ। ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਸਮਝ ਆ ਰਹੀ ਕਿ ਨਹੀਂ ਆ ਰਹੀ। ਇੱਥੇ ਲਾ ਆਫ ਡੋਮੀਨੈਂਸ, ਇੱਥੇ ਕਿਹੜਾ ਲਾ ਕੰਮ ਕੀਤਾ, ਲਾ ਆਫ ਡੋਮੀਨੈਂਸ, ਪਤਾ ਹੀ ਹੈ ਤੁਹਾਨੂੰ ਕਿਉਂ, ਸਮਾਲ ਬੀ ਹੋਣ ਦੇ ਬਾਵਜੂਦ ਵੀ ਸਿਰਫ ਕੈਪੀਟਲ ਬੀ ਨੇ ਆਪਣਾ ਐਕਸਪ੍ਰੈਸ਼ਨ ਦਿੱਤਾ ਬਲੈਕ, ਓਕੇ। ਫਿਰ ਹੋ ਗਿਆ ਲਾ ਆਫ ਸੈਗਰੀਗੇਸ਼ਨ, ਫਿਰ ਹੋ ਗਈ ਫਰਟੀਲਾਈਜੇਸ਼ਨ, ਫਿਰ ਆ ਗਿਆ ਲਾ ਆਫ ਡੋਮੀਨੈਂਸ। ਕੋਈ ਗੱਲ ਨਹੀਂ, ਇਹਦੇ ਬਾਰ ਨਹੀਂ ਇਹ ਲਿਖਣਾ ਹੁੰਦਾ, ਇੱਕ ਵਾਰੀ ਸਿੱਖ ਲਓ, ਓਕੇ। ਬਣ ਗਏ ਗਮੀਟਸ, ਕੈਪੀਟਲ ਬੀ ਸਮਾਲ ਬੀ, ਕਰਵਾਈਏ ਇਹਨਾਂ ਨੂੰ ਕ੍ਰੋਸ,
ਸਮਝਾਇਆ ਹੋਇਆ ਕਿਹਨੂੰ ਚੱਕਣਾ ਪਹਿਲਾਂ। ਇੱਕ ਬੀ ਪਕੜਨੀ ਹੈ, ਕਨਫਿਊਜ਼ ਨਹੀਂ ਹੋ ਜਾਣਾ। ਇੱਕ ਬੀ ਪਕੜਨੀ ਹੈ, ਇਸ ਤਰ੍ਹਾਂ ਚੱਲੋਗੇ ਤੇ ਚੰਗੇ ਰਹੋਗੇ। ਇਸ ਬੀ ਨੂੰ, ਠੀਕ ਹੈ, ਸੋ ਸਭ ਤੋਂ ਪਹਿਲਾਂ ਕ੍ਰੋਸ ਕਰਾ ਦਿੱਤਾ ਇਸ ਬੀ ਨਾਲ, ਤੋ ਆ ਗਿਆ ਕੈਪੀਟਲ ਬੀ। ਓਕੇ, ਇਹੀ ਬੀ ਲਈ ਇਹਨੂੰ ਇਸ ਛੋਟੀ ਬੀ ਨਾਲ ਕ੍ਰੋਸ ਕਰਾਤਾ, ਆ ਗਿਆ ਕੈਪੀਟਲ ਬੀ ਸਮਾਲ ਬੀ। ਓਕੇ, ਹੁਣ ਆ ਬੀ ਚੱਕ ਲਈਏ, ਪਹਿਲੇ ਨੰਬਰ ਵਾਲੇ ਚੱਕ ਲਓ, ਸਿੱਧੀ ਜਿਹੀ ਗੱਲ ਹੈ, ਕੋਮਨ ਸੈਂਸ ਹੁੰਦੀ ਹੈ, ਠੀਕ ਹੈ। ਕੋਈ ਇੱਧਰੋਂ ਥੋੜ੍ਹੀ ਪਹਿਲਾਂ ਕ੍ਰੋਸ ਕਰਾਉਣਾ ਸ਼ੁਰੂ ਕਰ ਦੋਗੇ, ਇੱਧਰੋਂ ਚੱਲੋਗੇ ਪਹਿਲਾਂ ਇੱਕ ਬੀ ਲਈ ਉਹਨੂੰ ਇਹਨਾਂ ਦੋਨਾਂ ਨਾਲ ਕ੍ਰੋਸ ਕਰਾਤਾ। ਹੁਣ ਆਹ ਵਾਲੀ ਬੀ ਲੈ ਲਓ, ਉਹਨੂੰ ਇਹਨਾਂ ਦੋਨਾਂ ਨਾਲ ਕ੍ਰੋਸ ਕਰਵਾ ਦਿਓ, ਠੀਕ ਹੈ। ਲੈ ਲਈ ਸਮਾਲ ਬੀ ਨੂੰ ਕੈਪੀਟਲ ਬੀ ਨਾਲ ਕ੍ਰੋਸ ਕਰਾਇਆ ਤਾਂ ਕੀ ਆਉਣਾ ਚਾਹੀਦਾ, ਕੈਪੀਟਲ ਬੀ ਸਮਾਲ ਬੀ ਆਉਣਾ ਨਾ। ਇੱਦਾਂ ਲਿਖਣਾ, ਇਹ ਨਹੀਂ ਕਿ ਹੁਣ ਛੋਟੀ ਬੀ ਅੱਗੇ ਲੱਗੀ ਹੋਈ ਹੈ ਅਤੇ ਇਹਨੂੰ ਛੋਟੀ ਬੀ ਨੂੰ ਅੱਗੇ ਲਾ ਦੇਣਾ, ਨਹੀਂ, ਸਮਿਟਰੀ ਵੀ ਤਾਂ ਬਣਾਉਣੀ ਹੈ ਨਾ। ਆ ਦੋਨੋਂ ਦੇਖੋ ਸੇਮ ਬਣ ਗਏ, ਇਸ ਕਰਕੇ ਕੈਪੀਟਲ ਬੀ ਅੱਗੇ ਲਗਾਓ, ਕੋਈ ਗੱਲ ਨਹੀਂ, ਚਾਹੇ ਤੁਸੀਂ ਇਸ ਬੀ ਨੂੰ ਚੱਕਿਆ ਸੀ। ਓਕੇ, ਹੁਣ ਇਸ ਬੀ ਨੂੰ ਇਸ ਬੀ ਨਾਲ, ਠੀਕ ਹੈ, ਇਸ ਬੀ ਨੂੰ ਇਸ ਬੀ ਨਾਲ ਕਰ ਦਿੱਤਾ ਸਮਾਲ ਬੀ ਤੋਂ ਤੁਹਾਡੇ ਕੋਲ 4 ਤਰ੍ਹਾਂ ਦੇ ਤੁਹਾਡੇ ਕੋਲ F2 ਜਨਰੇਸ਼ਨ ਦੇ ਵਿੱਚ ਆਫ ਸਪਰਿੰਗਸ ਬਣੇ ਹੈ, ਠੀਕ ਹੈ। ਸੋ ਕੈਪੀਟਲ ਬੀ, ਠੀਕ ਹੈ, ਕੈਪੀਟਲ ਬੀ ਸਮਾਲ ਬੀ ਤਾਂ ਹੁਣ ਤੁਹਾਨੂੰ ਇਹਨਾਂ ਦਾ ਫੀਨੋਟਾਈਪ ਪਤਾ ਹੋਣਾ ਚਾਹੀਦਾ, ਠੀਕ ਹੈ। ਸੋ ਕੈਪੀਟਲ ਬੀ ਕੀ ਨੇ, ਪਿਓਰ ਬਲੈਕ, ਠੀਕ ਹੈ। ਕੈਪੀਟਲ ਬੀ ਸਮਾਲ ਬੀ ਦੋਨੋਂ ਨੈਚੁਰਲੀ ਹਾਈਬ੍ਰਿਡ ਬਲੈਕ, ਕਿਉਂਕਿ ਇਹਦੇ 'ਚ 2 ਅਲੱਗ-ਅਲੱਗ ਤਰ੍ਹਾਂ ਦੀਆਂ ਲੀਲਸ ਹੈ, ਠੀਕ ਹੈ। ਤਾਂ ਇਹਨਾਂ 'ਚ ਦੋਨੋਂ ਹੀ ਛੋਟੀਆਂ, ਇਸ ਕਰਕੇ ਪਿਓਰ ਵਾਈਟ, ਗੱਲ ਸਮਝ ਆ ਗਈ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ, ਹਾਂ, ਮੈਂ ਇੱਥੇ ਰੇਸ਼ੋ ਲਿਖਣਾ ਭੁੱਲ ਗਈ। ਸੋ ਮੈਂਡਲਸ ਦੀ ਮੋਨੋਹਾਈਬ੍ਰਿਡ, ਇਹ ਮੋਨੋਹਾਈਬ੍ਰਿਡ ਕ੍ਰੋਸ ਵੀ ਹੈ, ਇਹ ਲਾ ਆਫ ਸੈਗਰੀਗੇਸ਼ਨ ਤਾਂ ਹੈ ਹੀ ਹੈ ਨਾ, ਇਹ ਮੋਨੋਹਾਈਬ੍ਰਿਡ ਕ੍ਰੋਸ ਹੈ। ਕਿਉਂ? ਕਿਉਂਕਿ ਅਸੀਂ ਇਹਦੇ ਵਿੱਚ ਇੱਕ ਹੀ ਕਰੈਕਟਰ ਚੱਕਿਆ, ਹਾਈਟ, ਟਾਲ ਤੇ ਡਵਾਰਫ, ਇੱਥੇ ਬਲੈਕ ਤੇ ਵਾਈਟ, ਸਮਝਦੇ ਪਏ ਹੋ। ਪੀ ਪਲਾਂਟ ਦੇ ਵਿੱਚ ਹਾਈਟ ਕਰੈਕਟਰ, ਗੁਣੀਆ ਪਿਗਸ ਦੇ ਵਿੱਚ ਕਲਰ ਵਾਲਾ ਕਰੈਕਟਰ ਲਿਆ ਸੀ। ਸੋ ਇਹ ਬਣ ਗਈ ਰੇਸ਼ੋ। ਜੇਕਰ ਮੈਂ ਇੱਥੇ ਰੇਸ਼ੋ ਬਣਾਵਾਂ, ਹੁਣ ਜਗ੍ਹਾ ਮੈਂ ਇੱਥੇ ਬਣਾ ਦਿੰਦੀ ਹਾਂ 3:1। ਮੋਨੋਹਾਈਬ੍ਰਿਡ ਕ੍ਰੋਸ ਦੀ ਰੇਸ਼ੋ ਫਿਕਸ ਹੈ, ਕੋਈ ਨਹੀਂ ਇਹਨੂੰ ਬਦਲ ਸਕਦਾ। ਜੇਕਰ ਤੁਹਾਡੀ ਇਹ ਰੇਸ਼ੋ ਨਾ ਬਣੀ, ਇਹਦਾ ਮਤਲਬ ਤੁਹਾਡੀ ਕ੍ਰੋਸ ਗਲਤ ਹੈ। ਸੋ ਇਹ ਕੀ ਹੈ ਬੱਚੇ, ਮੋਨੋਹਾਈਬ੍ਰਿਡ ਕ੍ਰੋਸ ਹੈ। 3 ਬਲੈਕ ਪੈਦਾ ਹੋਏ, ਚਾਹੇ ਉਹ ਹਾਈਬ੍ਰਿਡ ਅਤੇ ਚਾਹੇ ਉਹ ਪਿਓਰ, ਹੈ ਤਾਂ ਤਿੰਨੇ ਬਲੈਕ ਹੀ ਹੈ ਨਾ। ਸੋ 3:1, 3 ਬਲੈਕ ਪੈਦਾ ਹੋਏ, 1 ਵਾਈਟ ਪੈਦਾ ਹੋਇਆ, ਗੱਲ ਸਮਝ ਗਏ। ਇਹ ਸੀ ਆਹ ਕ੍ਰੋਸ ਜੋ ਹੈਗੀ ਹੈ, ਠੀਕ ਹੈ, ਕ੍ਰੋਸ ਬਿਟਵੀਨ ਪੀ ਪਲਾਂਟਸ। ਇਹ ਤੁਸੀਂ ਚਾਰਟ ਉੱਪਰ ਮੈਨੂੰ ਨੈਕਸਟ ਵੀਕ ਬਣਾਉਣੀ ਹੈ ਤੁਸੀਂ, ਠੀਕ ਹੈ, ਜਿਹੜੀ ਮੈਂ ਤੁਹਾਡੀ ਬਾਅਦ 'ਚ ਚੈੱਕ ਕਰਾਂਗੀ ਆਫਲਾਈਨ ਕਲਾਸਿਸ 'ਚ। ਓਕੇ, ਚਲੀਏ ਫਿਰ ਹੁਣ ਸੈਕਿੰਡ ਲਾ ਦੇ ਉੱਪਰ ਆ ਜਾਓ, ਜਿਹਨੂੰ ਲਾ ਆਫ ਇੰਡੀਪੈਂਡੈਂਟ ਅਸੋਰਟਮੈਂਟ ਕਹਿੰਦੇ ਆ। ਇਟ ਸਟੇਟਸ ਦੈਟ ਅਲੀਲਸ ਆਫ ਡਿਫਰੈਂਟ ਕਰੈਕਟਰਸ ਲੋਕੇਟਡ ਇਨ ਦ ਡਿਫਰੈਂਟ ਪੇਅਰਸ ਆਫ ਕ੍ਰੋਮੋਸੋਮਸ ਆਰ ਇੰਡੀਪੈਂਡੈਂਟ ਆਫ ਵਨ ਅਨਦਰ। ਕੁਛ ਐਸੀ ਗੱਲ ਨਹੀਂ ਹੈ, ਉੱਥੇ ਕਿਹਾ ਕਿ ਕ੍ਰੋਮੋਸੋਮ ਸੈਪਰੇਟ ਹੋ ਜਾਂਦੇ ਆ ਅਤੇ ਜੀਨਸ ਵੀ ਸੈਪਰੇਟ ਹੋ ਜਾਂਦੀਆਂ, ਲਾ ਆਫ ਸੈਗਰੀਗੇਸ਼ਨ। ਇੱਥੇ ਉਹ ਕੀ ਕਹਿ ਰਿਹਾ, ਠੀਕ ਹੈ, ਜਦੋਂ ਕ੍ਰੋਮੋਸੋਮਸ ਸੈਪਰੇਟ ਹੋ ਜਾਂਦੇ ਆ, ਅਲੀਲਸ ਵੀ ਸੈਪਰੇਟ ਹੋ ਜਾਂਦੀਆਂ, ਪਰ ਇੱਕ ਦੂਸਰੇ ਤੋਂ ਇੰਡੀਪੈਂਡੈਂਟਲੀ, ਦੋਨਾਂ ਦਾ ਇੱਕ ਦੂਸਰੇ ਦੇ ਨਾਲ ਫਿਰ ਕੋਈ ਰਿਲੇਸ਼ਨ ਨਹੀਂ ਹੁੰਦਾ, ਠੀਕ ਹੈ। ਕੋਈ ਕਿਤੇ ਚਲੀ ਜਾਂਦੀ ਹੈ, ਕੋਈ ਕਿਸੇ ਗਮੀਟ ਦੇ ਵਿੱਚ ਚਲੀ ਜਾਂਦੀ ਹੈ, ਅਤੇ ਫਿਰ ਤੋਂ ਦੁਬਾਰਾ ਨੈਚੁਰਲੀ ਉਹ ਤਾਂ ਹੈ ਹੀ ਹੈ, ਫਿਰ ਤੋਂ ਦੁਬਾਰਾ ਅਲੀਲਸ ਇਕੱਠੀਆਂ ਕਿੱਥੇ ਆ ਜਾਂਦੀਆਂ, ਆਫ ਸਪਰਿੰਗ ਦੇ ਵਿੱਚ, ਉਹ ਤਾਂ ਆਉਣੀਆਂ ਹੀ ਹੈ, ਠੀਕ ਹੈ ਨਾ। ਜਦੋਂ 2 ਪੇਰੈਂਟਸ ਨੇ ਆਪਸ 'ਚ ਜੁੜਨਾ, ਫਿਰ ਬੱਚੇ 'ਚ ਇਕੱਠੀਆਂ ਹੋ ਜਾਂਦੀਆਂ ਫਰਟੀਲਾਈਜੇਸ਼ਨ ਦੇ ਦੁਆਰਾ। ਚਲੀਏ, ਇਹ ਕ੍ਰੋਸ ਵੀ ਮੈਂ ਤੁਹਾਨੂੰ ਗੁਣੀਆ ਪਿਗਸ ਦੇ ਵਿੱਚ ਐਕਸਪਲੇਨ ਕਰਨ ਲੱਗੀ ਹਾਂ, ਗਾਰਡਨ ਪੀ ਦੇ ਵਿੱਚ ਐਕਸਪਲੇਨ ਨਹੀਂ ਕਰਨ ਲੱਗੀ। ਇਸ ਲਾ ਦੇ ਲਈ ਵੀ ਜਿਹੜੀ ਮੈਂ ਐਗਜ਼ਾਮਪਲ ਦੇਣ ਲੱਗੀ ਹਾਂ ਨਾ, ਉਹ ਗੁਣੀਆ ਪਿਗਸ ਦੇ ਵਿੱਚ ਦੇਣ ਲੱਗੀ ਹਾਂ। ਇਹ ਕ੍ਰੋਸ ਕਰਵਾਉਣ ਤੋਂ ਬਾਅਦ ਮੈਂ ਤੁਹਾਨੂੰ ਬੁੱਕ ਤੋਂ ਇਹਨਾਂ ਦੀ ਐਕਸਪਲੇਨੇਸ਼ਨ ਦਿਖਾਊਂਗੀ, ਜਿਹੜੀ ਕਿ ਉਹ ਤੁਸੀਂ ਕਰਨੀ ਹੁੰਦੀ ਹੈ, ਟੀਚਰ ਨੇ ਨਹੀਂ ਕਰਨੀ, ਛੱਡਣੀ ਨਹੀਂ ਹੈ, ਕਿਉਂਕਿ ਤੁਹਾਨੂੰ ਥੋੜ੍ਹੀ ਜਿਹੀ ਆਦਤ ਹੈਗੀ ਹੈ ਛੋਟਾ ਲਿਖਣ ਦੀ, ਹੈ ਨਾ, ਪੂਰਾ ਲਿਖਣ ਦੀ ਤੁਹਾਨੂੰ ਆਦਤ ਨਹੀਂ ਹੈ। ਸੋ ਇਹ ਤੁਹਾਨੂੰ ਪਤਾ ਹੀ ਹੈ, ਲਾ ਆਫ ਸੈਗਰੀਗੇਸ਼ਨ ਕਿਹਦੇ ਅੰਡਰ ਆਇਆ ਸੀ, ਡਾਈ ਹਾਈਬ੍ਰਿਡ ਕ੍ਰੋਸ। ਮੈਂ ਕਿਉਂਕਿ ਗੱਲ ਬਾਰ-ਬਾਰ ਕਹਿ ਕੇ ਨਾ, ਮੈਂ ਚਾਹੁੰਦੀ ਕਿ ਤੁਸੀਂ ਕਿਤੇ ਕਨਫਿਊਜ਼ ਨਾ ਹੋ ਜਾਓ, ਠੀਕ ਹੈ। ਸੋ ਲਾ ਉਹੀ ਚੱਲਦੇ ਪਏ ਆ, ਪਰ ਕਿਤੇ ਅਸੀਂ 1 ਕਰੈਕਟਰ ਲੈ ਕੇ ਕਰ ਰਹੇ ਹਾਂ, ਕਿਤੇ 2 ਕਰੈਕਟਰ ਲੈ ਕੇ। ਓਕੇ, ਹੁਣ ਮੈਂ ਤੁਹਾਨੂੰ ਦੱਸਣ ਲੱਗੀ ਇੱਥੇ 2 ਕਰੈਕਟਰ ਕੀ ਹੈ, ਠੀਕ ਹੈ। ਸੋ ਇਹ ਡਾਈ ਹਾਈਬ੍ਰਿਡ ਕ੍ਰੋਸ ਕਿਉਂ ਹੈ, ਕਿਉਂਕਿ 2 ਕਰੈਕਟਰ ਲੈਣ ਲੱਗੇ ਹਾਂ। ਕੀ, ਇੱਕ ਤਾਂ ਅਸੀਂ ਗੁਣੀਆ ਪਿਗਸ ਦਾ ਬਲੈਕ ਕਲਰ ਲੈਣ ਲੱਗੇ ਹਾਂ, ਓਕੇ, ਅਤੇ ਇੱਕ ਅਸੀਂ ਉਹਦੇ ਵਾਲਾਂ ਦਾ ਸਾਈਜ਼ ਲੈਣ ਲੱਗੇ ਹਾਂ। ਗੁਣੀਆ ਪਿਗਸ ਦੇ ਉੱਤੇ ਜਿਹੜੇ ਵਾਲ ਹੈ, ਠੀਕ ਹੈ, ਉਹਦਾ ਸਾਈਜ਼ ਕਿੱਦਾਂ ਦਾ, ਆ ਗਏ 2 ਕਰੈਕਟਰ, ਇੱਕ ਕਲਰ, ਇੱਕ ਵਾਲਾਂ ਦਾ ਸਾਈਜ਼। ਇੱਧਰ ਉਹ ਕੀ ਹੈ, ਪਿਓਰ ਬਲੈਕ ਸ਼ਾਰਟ ਹੇਅਰਡ ਮੇਲ ਗੁਣੀਆ ਪਿਗਸ,
ਜਿਹੜੇ ਪਿਓਰ ਬਲੈਕ ਹੈ ਵਾਲਾਂ ਦਾ ਸਾਈਜ਼ ਛੋਟਾ ਹੈ ਉਹ ਮੇਲ ਹੋਣਗੇ, ਜਿਹੜੇ ਪਿਓਰ ਵਾਈਟ ਹੈ ਵਾਲਾਂ ਦਾ ਸਾਈਜ਼ ਲੰਬਾ ਹੈ। ਦੇਖੋ ਸਿੱਧੀ ਜਿਹੀ ਗੱਲ ਅਸੀਂ ਇੱਥੋਂ ਯਾਦ ਰੱਖ ਸਕਦੇ ਕਿ ਫੀਮੇਲ ਦੇ ਵਾਲ ਲੰਬੇ ਹੁੰਦੇ ਆ, ਠੀਕ ਹੈ, ਮੇਲ ਦੇ ਥੋੜ੍ਹੇ ਛੋਟੇ ਹੁੰਦੇ ਆ, ਇਹ ਵੀ ਅਸੀਂ ਮੰਨ ਸਕਦੇ ਹਾਂ। ਪਿਓਰ ਵਾਈਟ ਲੌਂਗ ਹੇਅਰਡ ਫੀਮੇਲ ਗੁਨੀਆ ਪਿਕਸ। ਚਲਿਏ ਲੈ ਲਈਏ ਫਿਰ ਹੁਣ ਜੀਨਸ। ਪਤਾ ਹੋਣਾ ਬਲੈਕ ਵਾਸਤੇ ਕੀ ਲੈਣਾ, ਕੈਪੀਟਲ B। ਸ਼ਾਰਟ ਹੇਅਰਸ ਵਾਸਤੇ ਕੀ ਲੈਣੇ ਆ, ਕੈਪੀਟਲ S। ਇੱਥੇ ਛੋਟੇ ਐਸ ਨਹੀਂ ਲੈਣ ਬੈਠ ਜਾਣਾ ਕਿ ਹਾਂਜੀ ਜੀ ਵਾਲ ਛੋਟੇ ਆ ਅਤੇ ਛੋਟੇ ਐਸ ਲੈ ਲੈਣੇ ਆ, ਨਹੀਂ। ਤੁਹਾਨੂੰ ਪਤਾ ਕਿ ਇਹ ਕਰੈਕਟਰ ਡੋਮੀਨੇਟਿੰਗ ਹੈ, ਬਲੈਕ ਰੰਗ ਅਤੇ ਛੋਟੇ ਵਾਲ, ਇਹ ਕਰੈਕਟਰ ਡੋਮੀਨੇਟਿੰਗ ਹੋਣਾ ਇੱਥੇ, ਠੀਕ ਹੈ। ਇਸ ਕਰਕੇ ਚਾਰੇ ਕੈਪੀਟਲ ਦੇ। ਹੁਣ ਸਮਝ ਆਉਂਦੀ ਵੀ ਗਲਤੀ ਕਿ ਨਹੀਂ ਹੋਈ, ਠੀਕ ਹੈ। ਸੋ ਇੱਥੇ ਸਿਰਫ 2 ਹੀ ਜੀਨਸ ਲਈਆਂ ਸੀ ਇਕੱਲੀਆਂ ਬਲੈਕ ਵਾਸਤੇ, ਠੀਕ ਹੈ। ਸੋ ਇੱਥੇ ਕੀ ਲੈਣੀਆਂ, ਸ਼ਾਰਟ ਹੇਅਰ ਵਾਸਤੇ ਵੀ ਲੈਣੀਆਂ, ਓਕੇ, ਠੀਕ ਹੈ। ਇੱਧਰ ਵਾਲੇ ਪਾਸੇ ਨੂੰ ਆ ਜਾਓ। ਵਾਈਟ ਵਾਸਤੇ ਸਮਾਲ b, ਲੌਂਗ ਹੇਅਰ ਵਾਸਤੇ ਸਮਾਲ s। ਹੁਣ ਬਣਾ ਦਈਏ ਗੈਮੀਟਸ। ਹੁਣ ਜਦੋਂ ਇੱਥੇ ਗੈਮੀਟਸ ਬਣਾਉਣੇ ਆ ਉਹਦੇ ਨਾਲੋਂ ਬਿਲਕੁਲ ਡਿਫਰੈਂਟ ਹੈ। ਉੱਥੇ ਤਾਂ ਇਕੱਲਾ ਗੈਮੀਟ ਬਣ ਗਿਆ ਸੀ ਨਾ, ਕਿਉਂਕਿ ਹੈ ਹੀ ਇਕੱਲੀਆਂ ਬੀਆਂ ਸੀਗੀਆਂ, ਇੱਕ ਚਲੀ ਗਈ ਇੱਧਰ ਗੈਮੀਟਸ ਦੇ ਵਿੱਚ। ਇੱਥੇ ਨਹੀਂ, ਇੱਥੇ ਕੈਪੀਟਲ B ਦੇ ਨਾਲ S ਵੀ ਜਾਣਾ ਹੈ, ਇੱਥੇ ਵੀ ਕੈਪੀਟਲ B ਦੇ ਨਾਲ S ਵੀ ਜਾਣਾ ਹੈ। ਸਮਝਦੇ ਪਏ ਹੋ, ਸਮਾਲ b ਦੇ ਨਾਲ ਸਮਾਲ s, ਦੋਨੋਂ ਕਰੈਕਟਰ ਇਕੱਠੇ ਚੱਲਣੇ ਹੈ। ਇਸ ਕਰਕੇ ਦੋਨਾਂ ਦੇ ਲਈ ਜੀਨ ਹੋਣੀ ਚਾਹੀਦੀ ਹੈ। ਕਰਾ ਦਈਏ ਕ੍ਰੋਸ ਤਾਂ ਉੱਦਾਂ ਹੀ ਕਰਾਉਣਾ, ਕ੍ਰੋਸ ਥੋੜ੍ਹੀ ਬਦਲ ਜਾਣੀ ਹੈ। F1 ਜਨਰੇਸ਼ਨ ਦੇ ਵਿੱਚ ਇਹਨੂੰ ਚੱਕਿਆ ਪੂਰੇ ਨੂੰ, ਇਸ ਪੂਰੇ ਨਾਲ ਕ੍ਰੋਸ ਕਰਾਤਾ ਤਾਂ ਨੈਚੁਰਲੀ 4 ਆ ਗਈਆਂ ਜੀਨਸ, 4 ਜੀਨਸ ਆ ਗਈਆਂ, ਠੀਕ ਹੈ। ਕੈਪੀਟਲ B। ਹੁਣ ਇਹਨੂੰ ਲਿਖਣ ਦਾ ਤਰੀਕਾ, ਜੇਕਰ ਤੁਸੀਂ ਇੱਥੋਂ ਸਿੱਖੋਗੇ ਨਹੀਂ ਨਾ ਤਾਂ ਤੁਸੀਂ ਕਨਫਿਊਜ਼ ਹੋ ਜਾਓਗੇ, ਕਿਉਂਕਿ ਮੈਂ ਤੁਹਾਨੂੰ ਅੱਗੇ ਇੱਕ ਬਾਕਸ ਬਣਾਉਣਾ ਸਿਖਾਉਣਾ ਜਿਹਨੂੰ ਕਿ ਪੁੰਨਟ ਸਕੇਅਰ ਕਹਿੰਦੇ ਆ। ਡਾਈ ਹਾਈਬ੍ਰਿਡ ਕ੍ਰੋਸ ਦੇ ਵਿੱਚ ਆ ਬਾਕਸ ਮੈਂ ਤੁਹਾਡੇ ਕੋਲ ਬਣਾਇਆ ਹੋਇਆ, ਇਹਨੂੰ ਕਹਿੰਦੇ ਪੁੰਨਟ ਸਕੇਅਰ। ਸਮਝਦੇ ਪਿਓ, ਇਹ ਕ੍ਰੋਸ, ਇਹ F2 ਜਨਰੇਸ਼ਨ ਇੱਥੇ ਇੱਦਾਂ ਆਉਣੀ ਹੈ, ਠੀਕ ਹੈ। ਮੋਨੋ ਦੀ ਤਰ੍ਹਾਂ ਨਹੀਂ, ਬਸ ਸਿੰਪਲ ਆ ਗਈ ਸੀ F2 ਜਨਰੇਸ਼ਨ, ਠੀਕ ਹੈ ਨਾ। ਸੋ ਸਿੰਪਲ ਜੀ ਕ੍ਰੋਸ ਕੀਤੀ ਅਤੇ ਬਸ ਇੱਦਾਂ ਨਹੀਂ, ਇਹ ਥੋੜ੍ਹਾ ਕੰਪਲੀਕੇਟਡ ਹੁੰਦਾ, ਓਕੇ, ਠੀਕ ਹੈ। ਹੁਣ ਇਹਨੂੰ ਲਿਖਣ ਦਾ ਤਰੀਕਾ ਸਿੱਖ ਲਓ। ਕੈਪੀਟਲ B ਆ ਗਈ, ਠੀਕ ਹੈ। ਹੁਣ ਇਹਦੇ ਨਾਲ ਇੱਥੇ ਨਹੀਂ ਕੈਪੀਟਲ S ਲਿਖਦੇ ਨਾ, ਇਹ ਲਿਖਣ ਦਾ ਤਰੀਕਾ ਨਾਲ ਪਹਿਲਾਂ ਸਮਾਲ b ਲਿਖ ਲਓ। ਕੈਪੀਟਲ B ਦੇ ਨਾਲ ਪਹਿਲਾਂ ਦੋਨੋਂ ਬੀਆਂ ਪਾ ਲਓ, ਕੈਪੀਟਲ B ਸਮਾਲ b। ਇਸੇ ਤਰੀਕੇ ਦੇ ਨਾਲ ਕੈਪੀਟਲ S ਆ ਗਿਆ ਅਤੇ ਇੱਧਰੋਂ ਦੀ ਕੈਪੀਟਲ ਸਮਾਲ s ਆ ਗਿਆ, ਓਕੇ। ਸੋ ਇੱਕ ਲੈਟਰ ਕੈਪੀਟਲ, ਇੱਕ ਸਮਾਲ, ਇੱਕ ਕੈਪੀਟਲ, ਇੱਕ ਸਮਾਲ, ਇੱਦਾਂ ਹੀ ਇੱਧਰ ਲਿਖ ਲਓ, ਪਤਾ ਤੁਹਾਨੂੰ। ਸੋ ਇਹ F1 ਜਨਰੇਸ਼ਨ ਦੇ ਵਿੱਚ ਕੌਣ ਪੈਦਾ ਹੋਣੇ ਹੈ, ਹੁਣ ਇਹਨਾਂ ਵਿੱਚ ਕੈਪੀਟਲ B ਵੀ ਹੈ, ਕੈਪੀਟਲ S ਵੀ ਹੈ, ਕੈਪੀਟਲ B ਵੀ ਹੈ, ਕੈਪੀਟਲ S ਵੀ ਹੈ। ਇਸ ਕਰਕੇ ਇਹ ਕੌਣ ਬਣੇ, ਹਾਈਬ੍ਰਿਡ ਬਲੈਕ ਸ਼ਾਰਟ ਹੇਅਰਡ, ਓਕੇ। ਚਲਿਏ ਅੱਗੇ F2 ਜਨਰੇਸ਼ਨ ਬਣਾਉਣੀ ਹੈ। ਗੈਮੀਟਸ ਚਾਹੀਦੇ ਆ। ਹੁਣ ਗੈਮੀਟਸ ਕਿੱਦਾਂ ਬਣਾਉਣੇ ਹੈ, ਸਮਝ ਗਏ ਹੋ। ਇੱਥੇ ਤਾਂ ਬੜੇ ਸਿੰਪਲ ਜੇ ਬਣ ਗਏ ਸੀ, ਕੈਪੀਟਲ B ਸਮਾਲ b, ਹੈ ਨਾ। ਪਰ ਹੁਣ ਕਿੱਦਾਂ ਬਣਾਉਣੇ ਆ, ਹੁਣ ਕੈਪੀਟਲ B ਦੇ ਨਾਲ ਪਹਿਲਾਂ ਲੈ ਲਿਆ ਕੈਪੀਟਲ S, ਇੱਥੋਂ ਬਣਾਓ, ਇੱਕ ਚੱਕ ਲਓ, ਲੈਣੇ ਤਾਂ ਦੋਨੋਂ ਹੀ ਹੁੰਦੇ ਆ, ਪਰ ਤੁਸੀਂ ਇੱਕ ਹੀ ਸ਼ੋਅ ਕਰੋ। ਇਹੀ ਇੱਕ ਪਾਸੇ ਲੈ ਲੈਣੇ ਆ, ਇਹੀ ਦੂਜੇ ਪਾਸੇ ਵੀ ਲੈ ਲੈਣੇ ਆ ਪੁੰਨਟ ਸਕੇਅਰ ਬਣਾਉਣ ਦੇ ਲਈ। ਇਸ ਕਰਕੇ ਬਣਨੇ 8 ਗਮੀਟ ਹੀ ਹੈ, ਸੇਮ, 4 ਇੱਧਰ 4 ਉੱਧਰ, ਪਰ ਅਸੀਂ ਲਿਖਣ 'ਚ ਨਾ 4 ਹੀ ਲਿਖਦੇ ਹਾਂ, ਕਨਫਿਊਜ਼ਨ ਨਹੀਂ ਹੁੰਦੀ ਫਿਰ, ਓਕੇ। ਕੈਪੀਟਲ B ਦੇ ਨਾਲ ਪਹਿਲਾਂ ਕੈਪੀਟਲ S ਆ ਗਿਆ, ਕਿਉਂਕਿ ਤੁਹਾਨੂੰ ਪਤਾ ਕਿ ਦੋਨੋਂ ਕਰੈਕਟਰ ਲੈਣੇ ਆ, ਦੋਨੋਂ ਕਰੈਕਟਰ ਦੀਆਂ ਜੀਨਸ ਲੈਣੀਆਂ, ਬਲੈਕ ਦੇ ਲਈ ਵੀ, ਸ਼ਾਰਟ ਹੇਅਰ ਦੇ ਲਈ ਵੀ, ਓਕੇ। ਫਿਰ ਕੈਪੀਟਲ B ਦੇ ਨਾਲ ਸਮਾਲ s ਲੈ ਲਿਆ, ਦੋਨੋਂ ਤਰ੍ਹਾਂ ਦੇ ਲੈਣੇ ਹੁਣ ਤੁਸੀਂ ਗਮੀਟਸ। ਇਹਦੇ ਵਿੱਚੋਂ ਦੀ ਤੁਸੀਂ 4 ਤਰ੍ਹਾਂ ਦੇ ਗਮੀਟਸ ਕਿਹੜੇ ਬਣਾਏ, ਕੈਪੀਟਲ B ਕੈਪੀਟਲ S, ਕੈਪੀਟਲ B ਸਮਾਲ s, ਓਕੇ। ਸਮਾਲ b ਕੈਪੀਟਲ S, ਸਮਾਲ b ਸਮਾਲ s, ਬਣ ਗਏ 4 ਗੈਮੀਟਸ, ਓਕੇ, ਬਣ ਗਏ, ਠੀਕ ਹੈ। ਲਿਖ ਲਿਆ ਇਹਨਾਂ ਨੂੰ, ਠੀਕ ਹੈ ਜੀ, ਲਿਖ ਲਿਆ। ਅਸੀਂ ਪੁੰਨਟ ਸਕੇਅਰ ਕਰਨ ਲੱਗੇ ਹਾਂ। ਸੋ ਕੈਪੀਟਲ B ਕੈਪੀਟਲ S, ਕੈਪੀਟਲ B ਸਮਾਲ s, ਸਮਾਲ b ਕੈਪੀਟਲ S, ਸਮਾਲ b ਸਮਾਲ s, ਇਹੀ ਚਾਰੇ ਇੱਧਰ ਲਿਖ ਲਏ। ਇਹਨੂੰ ਮੈਂ ਕਹਿ ਸਕਦੀ ਹਾਂ ਫੀਮੇਲ ਗੈਮੀਟਸ, ਇਹਨੂੰ ਮੈਂ ਕਹਿ ਸਕਦੀ ਹਾਂ ਮੇਲ ਗੈਮੀਟਸ। ਲਿਖਿਆ ਹੋਇਆ ਐਗ ਸਪਰਮ, ਠੀਕ ਹੈ ਜੀ, ਕੋਈ ਐਸੀ ਗੱਲ ਨਹੀਂ। ਸੇਮ ਗੈਮੀਟਸ ਲੈ ਲਏ 8। ਚਲਿਏ ਫਿਰ ਕਰੀਦਾ ਕੀ ਹੈ, ਪੁੰਨਟ ਸਾਇੰਟਿਸਟ ਦਾ ਨੇਮ ਸੀਗਾ, ਉਹਨਾਂ ਨੇ ਸਕੇਅਰ ਬਣੇ ਪਏ, ਸਕੇਅਰ ਡੱਬੇ ਬਣਾਏ ਹੋਏ ਆ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਦੱਸਿਆ ਸੀ F2 ਜਨਰੇਸ਼ਨ ਲੈਣੀ ਹੁੰਦੀ ਹੈ ਡਾਈ ਹਾਈਬ੍ਰਿਡ ਕ੍ਰੋਸ 'ਚ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਹਾਂ, ਜੇਕਰ 9:3:3:1 ਰੇਸ਼ੋ ਨਾ ਬਣੀ, ਇਹਦਾ ਮਤਲਬ ਸਾਡੀ ਕ੍ਰੋਸ ਗਲਤ ਹੈ। ਸਮਝਦੇ ਪਏ ਇਸ ਗੱਲ ਨੂੰ। ਇਹਦੇ 'ਚ ਕੀ ਹੈ, ਨਵੇਂ ਕੰਬੀਨੇਸ਼ਨ ਵੀ ਪੈਦਾ ਹੋਣੇ ਹੈ।
पेरेंट्स का कंबीनेशन तो सीगा ही सीगा ना, ठीक है, वो मैं तुहानूं समझाती हाँ पहला। ओके चलिए इनू चक लिया, इनू पहला ये नाल क्रॉस कराना है, करा दिए। कैपिटल बी बच्चे जड़े होंदे आ ना कैपिटल एस ते स्मॉल एस दे विच कोई डिफरेंस ही नहीं रखते, फिर कन्फ्यूजड रहंदे आ। अव्वल ते जदों तुसीं मैं चार्ट दे उत्ते बनानी है ना, ठीक है, गार्डन पी दे विच मोनो भी ते डाई भी, खास करके डाई हाइब्रिड क्रॉस जिहड़ी तुसीं एग्जांपल देनी है ना ਉਹਦੇ 'ਚ पी प्लांट 'ਚ डिफरेंट कलर्स नाल एक बनाना है, समझते पे हो ना। ਇਹਨੂੰ ਇਹ ਜਿਹੜਾ कैपिटल बी कैपिटल एस है ना, ਹੁਣ ਇਹਨੂੰ ਇਹਨਾਂ ਸਾਰਿਆਂ ਨਾਲ मैं मल्टीप्लाई करना ना, ਇਹਨੂੰ अलग कलर नाल करियो। ਇਹ कैपिटल बी स्मॉल एस ਇਹਨੂੰ ਇਹਨਾਂ ਸਾਰਿਆਂ ਨਾਲ क्रॉस करके ਇੱਥੇ भरना ना, ਇਹਨੂੰ अलग नाल भरियो। चलो चलिए ओके, ਇਹਨੂੰ मैं ਇਹਦੇ ਨਾਲ क्रॉस कराया, की आ गया कैपिटल बी कैपिटल एस। ਹੁਣ मैं ਇਹਨੂੰ ਇਹਦੇ ਨਾਲ, ठीक है जी, कैपिटल बी कैपिटल एस स्मॉल एस, ਇਹਨੂੰ ਹੁਣ ਇਹਦੇ ਨਾਲ, ठीक है, किदां लिखांगी मैं कैपिटल बी स्मॉल बी कैपिटल एस, बड़े ध्यान नाल। ओके हुण इनू इहदे नाल, ओके कैपिटल बी स्मॉल बी, ठीक है, लिखण दा तरीका हुंदा एस नहीं, बीआं इकट्ठियां लिखो, एस इकट्ठे लिखो। ओके हो गया, ये एक कलर नाल करना। चलिए हुण इनू चक लीए, हुण इनू क्रॉस करा दईए, इन्हां सारियां नाल करा दिंदे आ। कैपिटल बी कैपिटल एस स्मॉल एस, ओके इनू ਇਹਦੇ ਨਾਲ कैपिटल बी स्मॉल एस कैपिटल बी स्मॉल बी कैपिटल एस स्मॉल एस कैपिटल बी स्मॉल एस। ओके इनू हुण इस सारियां नाल कैपिटल बी स्मॉल बी कैपिटल एस कैपिटल बी कैपिटल एस स्मॉल बी कैपिटल एस स्मॉल बी कैपिटल एस स्मॉल एस। ओके कैपिटल बी स्मॉल बी कैपिटल एस स्मॉल एस कैपिटल बी स्मॉल एस स्मॉल एस स्मॉल बी कैपिटल एस स्मॉल एस। हत्थ च फोन पकड़ के लिखना, स्क्रीन दे विचों दी देखना, थोड़ा ब्लर्ड लगदा। स्मॉल बी स्मॉल एस बन गया पुन्नट स्केयर। हुण जेकर मैं हुण इन्हां दा मैं की कीता, पहला इनू इन्हां सारियां नाल, फिर इनू इन्हां सारियां नाल, फिर इनू हुण ठीक है जी। वीडियो लंबी हो जानी, मैं जल्दी तुहानूं दस देवां। जिथे बच्चे कैपिटल बी है ये हुण तुसीं निकालना, जिथे कैपिटल बी है कैपिटल एस है, वो कौन होणगे सारे ब्लैक शॉर्ट हेयर्ड। जिथे भी एक भी कैपिटल बी एक भी कैपिटल एस है, ब्लैक शॉर्ट हेयर्ड सारे ब्लैक शॉर्ट हेयर्ड सी। ये भी ब्लैक शॉर्ट हेयर्ड। ये हुण देखो इत्थे कैपिटल बी तो हैगी है, ये ब्लैक तो है पर इत्थे वाल लंबे नहीं है, क्योंकि इत्थे कैपिटल एस नहीं है, इत्थे स्मॉल एस है, इस करके ब्लैक लॉन्ग हेयर्ड। तुसीं पेंसिल दे नाल थल्ले लिखना हैगा, मैं तो इदां लिख दिता ना, मैनूं तो आंदा है ब्लैक लॉन्ग हेयर्ड। ओके ये गिनने हैं असीं बाद चों, 9 की बने ते 3 की बने, ब्लैक लॉन्ग हेयर्ड। ओके फिर ब्लैक शॉर्ट हेयर्ड क्योंकि कैपिटल एस हैगा, ये फिर ब्लैक लॉन्ग हेयर। ओके ठीक है, ब्लैक शॉर्ट हेयर्ड ठीक है जी। हुण इधर हुण ध्यान नाल कैपिटल बी नहीं हैगी, कैपिटल एस हैगे है, इस करके ये की होएगा वाइट। तुहानूं पता ना स्मॉल बी किहदे लई लई सी, वाइट लई लई सी, ते कैपिटल एस किहदे लई सी, वाइट शॉर्ट वास्ते। हुण तुसीं इत्थे हैरान होवोगे कि तुसीं पेरेंट्स ते इदां दे ले ही नहीं सी। यही तो खासियत है डाई हाइब्रिड क्रॉस की, कि इत्थे उदां दे बच्चे भी पैदा होने हैं जिहड़ा रंग पेरेंट्स दे विच नहीं सीगा। समझदे पे ना, पेरेंट्स तो असीं ले सीगे ब्लैक ते शॉर्ट हेयर वाले, वाइट ते लॉन्ग हेयर वाले, इत्थे उल्ट कंबीनेशन दे नाल भी बच्चे पैदा होने हैं, 3 दसदियां। ठीक है जी, ये भी कौन होणगे, ये होणगे वाइट, ठीक है, शॉर्ट हेयर। जद कि असी पेरेंट्स तो इदां दे ले ही नहीं सी, असी तो ले सी वाइट नाल लॉन्ग, ठीक है, ब्लैक नाल असी शॉर्ट ले सी। इत्थे आ रहा है वाइट नाल शॉर्ट, इत्थे भी आ रहा वाइट नाल शॉर्ट। ओके ठीक है, ये कौन आ गए ब्लैक शॉर्ट, ठीक है। इत्थे कौन आएगा ब्लैक दे नाल लॉन्ग, क्योंकि वड्डा एस है ही नहीं। इत्थे की आएगा वाइट नाल की शॉर्ट,
ਠੀਕ ਹੈ। ਤੇ ਇਹ ਕੌਣ ਹੋਣਗੇ ਜਿਹਦੇ 'ਚ ਸਾਰੇ ਹੀ ਛੋਟੇ ਆ? ਇਹ ਤਾਂ ਹੋਣਗੇ ਉਹੀ ਜਿਹੜੇ ਅਸੀਂ ਪੇਰੈਂਟਸ ਲਏ ਸੀ। ਕਿਹੜੇ? ਵਾਈਟ ਤੇ ਲੌਂਗ। ਇੱਕ ਹੀ ਪੈਦਾ ਹੋਏਗਾ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਨੋ ਕੀ ਹੈ। ਹੁਣ ਸਾਡੇ ਕੋਲ ਕੀ ਆਉਣੇ ਚਾਹੀਦੇ ਆ? ਪੇਰੈਂਟਸ ਕਿਹੜੇ ਸੀ? ਬਲੈਕ ਸ਼ਾਰਟ ਹੇਅਰਡ। ਅਸਲੀ ਪੇਰੈਂਟਸ ਇਹ ਸੀ ਨਾ। ਇਹ ਨੋ ਆਉਣੇ ਚਾਹੀਦੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਹਾਂ, ਪਰ ਤੁਸੀਂ ਪਹਿਲਾਂ ਨਹੀਂ ਲਿਖਣਾ, ਤੁਸੀਂ ਟੇਬਲ ਤੋਂ ਗਿਣ ਕੇ ਲਿਖਣਾ ਹੈਗਾ। ਓਕੇ, ਅੱਛਾ 3 ਕੀ ਸੀਗੇ? 3 ਕੀ ਸੀਗੇ ਮੈਂ ਦੱਸਦੀ। ਇੱਕ ਤੁਹਾਡੇ ਕੋਲ ਕਿਹੜੇ ਆਣੇ? ਵਾਈਟ ਲੌਂਗ, ਇਹ ਵੀ ਪੇਰੈਂਟਸ ਸੀ। ਠੀਕ ਹੈ। ਫਿਲਹਾਲ ਮੈਂ ਇੱਥੇ ਤੱਕ ਵੀਡੀਓ ਰੋਕਣ ਲੱਗੀ ਹਾਂ। ਇੱਕ ਛੋਟੀ ਵੀਡੀਓ ਜਿਹੜੀ ਮੈਂ ਤੁਹਾਨੂੰ ਹੋਰ ਪਾਵਾਂ।